ਕੀਆਂ ਕਥਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵੈ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ। ਜਿਨ ਸਭ ਪ੍ਰਿਥਵੀ ਕੋ ਜੀਤ ਕਰ ਨਿਸ਼ਾਨ ਚੁਲਾਏ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਾਹਨਸ਼ਾਹ ਗੁਰ ਗੋਬਿੰਦ ਸਿੰਘ। ਸਹਿਬੇ ਇਕਬਾਤ ਸਹਿਬੇ ਬਰਕਤ ਰੋਸ਼ਨੇ ਚਿਰਾਗ ਮੁਰਸ਼ਦ ਕਾਮਲ ਨੂਰੇ ਨਜ਼ਰ ਬਰਦੋ ਆਲਮ ਸ਼ਾਹ ਸ਼ਾਹੀ ਸ਼ਹਿਨਸ਼ਾਹ ਵਾਲੀ ਦੋ ਜਹਾਨ ਸਰਵਰੇ ਕਾਇਨਾਤ ਮੁਜਸਮਾਏ ਆਬੇ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਮਿਹਰਾਮਤ ਦਾ ਸਦਕਾ ਜੋ ਆਪਾਂ ਸਭਨਾਂ ਨੂੰ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਜੁੜ ਮਿਲ ਬੈਠ ਉਸ ਮਾਲਕ ਦੀ ਇਲਾਹੀ ਬਾਣੀ ਅਰਸ਼ੀ ਸੁਨੇਹੇ ਗੁਰ ਇਤਿਹਾਸ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੇ ਸ਼ੁਕਰਗੁਜ਼ਾਰ ਹਾਂ ਜਿਸ ਮਾਲਕ ਨੇ ਐਸੇ ਪਲ ਐਸੀਆਂ ਘੜੀਆਂ ਬਖਸ਼ੀਆਂ ਨੇ। ਆਓ ਅੱਜ ਆਪਾਂ 10ਵੇਂ ਗੁਰਦੇਵ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਇਤਿਹਾਸ ਦੀ ਸਤਿਗੁਰਾਂ ਦੇ ਪਰ ਉਪਕਾਰਾਂ ਦੀ ਮਾਲਕ ਦੇ ਦਿੱਤੇ ਹੋਏ ਉਪਦੇਸ਼ ਦੀ ਸਾਂਝ ਪਾਵਾਂਗੇ। ਤੋ ਕਰੋ ਕਿਰਪਾ ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹੱਕ ਰਾ ਗੰਜੂਰ ਜੁਮਲਾ ਫੈਜ਼ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿਉਂਕਿ ਸਤਿਗੁਰਾਂ ਨੇ ਆਪਣੇ ਜੀਵਨ ਦਾ ਆਪਣੀ ਹਿਸਟਰੀ ਦਾ ਆਟੋਬਾਇਓਗ੍ਰਾਫੀ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਦਸਮ ਦੀ ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਦਾ ਜ਼ਿਕਰ ਖਾਸ ਬੜੇ ਸੋਹਣੇ ਤਰੀਕੇ ਨਾਲ ਸਾਡੇ ਉੱਤੇ ਕਿਰਪਾ ਕੀਤੀ ਸਾਨੂੰ ਦੱਸਿਆ। ਔਰ ਉਹਦੇ ਵਿੱਚੋਂ ਮਹਾਰਾਜ ਜਦੋਂ ਆਪਣੇ ਪ੍ਰਕਾਸ਼ ਦੀ ਗੱਲ ਕਰਦੇ ਆ ਉਹਦੀ ਜਿੱਥੇ ਆਪਾਂ ਸਾਂਝ ਪਾਉਣੀ ਮੈਂ ਸ਼ੁਰੂਆਤ ਵਿੱਚ ਇਹ ਬੇਨਤੀ ਕਰਾਂ ਕਿ ਦੁਆਬੇ ਦੀ ਧਰਤੀ 'ਤੇ ਪੰਜਾਬ ਦੇ ਵਿੱਚ ਜਲੰਧਰ ਦੇ ਨੇੜੇ ਕਰਤਾਰਪੁਰ ਸਾਹਿਬ ਦੀ ਧਰਤੀ ਹੈ। ਔਰ ਇਹ ਕਰਤਾਰਪੁਰ ਸਾਹਿਬ ਕਿਉਂਕਿ ਇੱਕ ਕਰਤਾਰਪੁਰ ਸਾਹਿਬ ਆਪਾਂ ਪਾਕਿਸਤਾਨ ਦੇ ਵਿੱਚ ਜਿਹਦਾ ਪਿਛਲੇ ਸਮੇਂ ਅੰਦਰ ਕੋਰੀਡੋਰ ਵੀ ਜਿਹੜਾ ਓਪਨ ਹੋਇਆ ਔਰ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ ਬਹੁਤ ਸਾਰੀਆਂ ਰੂਹਾਂ ਦਰਸ਼ਨ ਕੀਤੇ ਕਰ ਰਹੇ ਹੋ। ਔਰ ਇਹ ਕਰਤਾਰਪੁਰ ਸਾਹਿਬ ਜੋ ਦੁਆਬੇ ਦੀ ਧਰਤੀ 'ਤੇ ਪੰਜਾਬ ਦੇ ਵਿੱਚ ਹੈ ਤਾਂ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਨਗਰ ਵਸਾਇਆ। ਇੱਥੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ
ਔਰ 2 ਸਪੁੱਤਰ ਮਹਾਰਾਜ ਦੇ ਇਸ ਨਗਰ ਵਿੱਚ ਵਿਆਹੇ ਆ। ਇੱਕ ਬਾਬਤ ਤੇ ਆਪ ਜੀ ਨੂੰ ਪਤਾ ਹੋਏਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਆਨੰਦ ਕਾਰਜ ਇੱਥੇ ਹੋਇਆ, ਪਰ ਅਸਲੀਅਤ ਇਹ ਹੈ ਕਿ ਇੱਥੇ ਸਭ ਨਾਲੋਂ ਪਹਿਲਾਂ ਜਿਹੜਾ ਆਨੰਦ ਕਾਰਜ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾਤਾ ਬਾਬਾ ਸੂਰਜਮਲ ਜੀ ਹੁਣਾਂ ਦਾ ਹੋਇਆ। ਉਹਨਾਂ ਦਾ ਆਨੰਦ ਕਾਰਜ ਜਿਹੜਾ ਬਾਬਾ ਸੂਰਜਮਲ ਜੀ ਦਾ, ਪ੍ਰੇਮ ਚੰਦ ਸਿੱਲੀ ਖੱਤਰੀ ਉਹਨਾਂ ਦੀ ਧੀ ਸੀ ਬੀਬੀ ਖੇਮ ਕੌਰ, ਉਹਨਾਂ ਦੇ ਨਾਲ ਆਨੰਦ ਕਾਰਜ ਹੋਇਆ। ਤੇ ਕਿਉਂਕਿ ਹੁਣ ਵਿਆਹ ਤੇ ਭਰਾ ਦੇ ਭਰਾਤਾ ਦੇ ਵਿਆਹ ਤੇ ਪਰਿਵਾਰ ਸਾਰਾ ਹੀ ਆਇਆ, ਭਰਾ ਆਏ ਨੇ। ਬਾਬਾ ਗੁਰਦਿੱਤਾ ਜੀ ਵਿਆਹੇ ਜਾ ਚੁੱਕੇ ਸੀ, 5 ਪੁੱਤਰ ਹੈ 6ਵੇਂ ਪਾਤਸ਼ਾਹ ਦੇ। ਬਾਬਾ ਅਟਲ ਰਾਏ ਜੀ ਅਕਾਲ ਚਲਾਣਾ ਕਰ ਗਏ 9 ਸਾਲ ਦੀ ਆਰਬਲਾ ਵਿੱਚ, ਤਾਂ ਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 9 ਮੰਜ਼ਲਾ ਸਥਾਨ ਉਹਨਾਂ ਦੀ ਯਾਦ ਵਿੱਚ। ਉਹਦੇ ਤੋਂ ਬਾਅਦ ਹੁਣ ਬਾਬਾ ਸੂਰਜਮਲ ਜੀ ਦੀ ਸ਼ਾਦੀ ਹੋ ਰਹੀ ਹੈ ਤੇ ਬਾਕੀ 2 ਨੇ, ਇੱਕ ਨੇ ਬਾਬਾ ਅਣੀ ਰਾਏ ਜੀ ਤੇ ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਸਾਹਿਬ। ਬਾਬਾ ਸੂਰਜਮਲ ਜੀ ਦੀ ਸ਼ਾਦੀ ਦੇ ਵੇਲੇ ਧਿਆਨ ਗਿਆ ਸਾਰਿਆਂ ਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਅਣੀ ਰਾਏ ਜੀ ਹੁਣਾਂ ਵੱਲ। ਉੱਥੇ ਫਿਰ ਭਾਈ ਲਾਲ ਚੰਦ ਸੁਭਿੱਖੀ ਖੱਤਰੀ, ਉਹਨਾਂ ਦੇ ਘਰੋਂ ਬੀਬੀ ਬਿਸ਼ਨ ਕੌਰ, ਉਹਨੇ ਜਦੋਂ ਤੱਕਿਆ ਤੇ ਗੱਲਬਾਤ ਕੀਤੀ, ਸੰਗਤ ਚੋਂ ਪੁੱਛਿਆ ਵੀ ਮਹਾਰਾਜ ਦੇ ਜਿਹੜੇ 2 ਸਪੁੱਤਰ ਨੇ ਇਹ ਵਿਆਹੇ ਨੇ ਜਾਂ ਇਹਨਾਂ ਦਾ ਕਿਤੇ ਮੰਗਣੀ ਹੋਈ ਆ, ਰਿਸ਼ਤਾ ਹੋਇਆ, ਤੇ ਪਤਾ ਲੱਗਾ ਨਹੀਂ। ਉਹਨੇ ਆਪਣੇ ਘਰ ਵਾਲੇ ਨਾਲ ਗੱਲਬਾਤ ਕਰਕੇ ਵੀ ਕਿਉਂ ਨਾ ਆਪਾਂ ਆਪਣੀ ਧੀ ਗੁਜਰੀ ਦਾ ਰਿਸ਼ਤਾ ਇੱਧਰ ਕਰੀਏ। ਘਰ ਵਾਲੇ ਨੇ ਇੱਕ ਵਾਰ ਆਖਿਆ ਵੀ ਆਪਾਂ ਕਿੱਥੇ, ਗੁਰੂ ਦਾ ਦਰ ਕਿੱਥੇ, ਆਪਾਂ ਗਰੀਬ ਜੀ। ਉਹਨੇ ਆਖਿਆ ਨਹੀਂ, ਬੇਨਤੀ ਤੇ ਕਰੋ। ਜਦੋਂ ਬੇਨਤੀ ਕੀਤੀ ਵੀ ਇਹ ਨਾਤਾ ਮਹਾਰਾਜ ਅਸੀਂ ਆਪਣੀ ਧੀ ਦਾ ਆਪ ਜੀ ਦੇ ਸਪੁੱਤਰ ਨਾਲ ਕਰਨਾ ਚਾਹੁੰਦੇ। ਹੁਣ ਸਪੁੱਤਰ 2 ਨੇ ਤੇ ਜੋ ਅਸਲ ਵਿੱਚ ਸਿਸਟਮ ਬਣਦਾ ਸੀ ਉਹਦੇ ਮੁਤਾਬਕ ਵੱਡੇ ਨੇ ਬਾਬਾ ਅਣੀ ਰਾਏ ਜੀ। ਇਸੇ ਕਰਕੇ ਮਾਤਾ ਗੁਜਰੀ ਜੀ ਹੁਣਾਂ ਦਾ ਰਿਸ਼ਤਾ ਪਹਿਲਾਂ ਬਾਬਾ ਅਣੀ ਰਾਏ ਜੀ ਹੁਣਾਂ ਵਾਸਤੇ ਹੈ। ਤਾਂ ਮਹਾਰਾਜ ਕਹਿੰਦੇ ਬਾਬਾ ਅਣੀ ਰਾਏ ਜੀ ਹੁਣਾਂ ਨੂੰ ਪੁੱਛੋ। ਜਦੋਂ ਪੁੱਛ ਕੀਤੀ ਆ ਤਾਂ ਉਹਨਾਂ ਨੇ ਆਖਿਆ ਨਹੀਂ, ਮੈਂ ਸੰਸਾਰ ਨੂੰ ਧਾਰਨ ਨਹੀਂ ਕਰਨਾ, ਮੈਂ ਇਸ ਪਰਿਵਾਰ ਵਾਲਾ ਜਿਹੜਾ ਜੀਵਨ ਹੈ ਮੈਂ ਇਹਨੂੰ ਨਹੀਂ ਧਾਰਨ ਕਰਨਾ, ਭਾਵ ਕਿ ਮੈਂ ਇਸ ਪਾਸੇ ਨਹੀਂ ਤੁਰਨਾ। ਹੁਣ ਜਦੋਂ ਉਹਨਾਂ ਨੇ ਨਾ ਕਰ ਦਿੱਤੀ, ਉਹਦੇ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜਦੋਂ ਗੱਲ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੱਥ ਜੋੜ ਕੇ ਕਹਿੰਦੇ ਜੋ ਪਿਤਾ ਗੁਰਦੇਵ ਜੀ ਦਾ ਹੁਕਮ ਹੈ ਅਸੀਂ ਉਹਦੇ ਅਨੁਸਾਰ ਹੀ ਚੱਲਣ ਵਾਸਤੇ ਤਿਆਰ। ਫਿਰ ਇਹ ਨਾਤਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਨਾਲ ਮਾਤਾ ਗੁਜਰੀ ਜੀ ਹੁਣਾਂ ਦਾ। ਮਾਤਾ ਗੁਜਰੀ ਜੀ ਹੁਣਾਂ ਦਾ ਜਿਹੜਾ ਅਸਲ ਪਿੰਡ ਆ ਨਾ ਉਹ ਅੰਬਾਲੇ ਦੇ ਪਾਸ ਹੈ, ਜੋ ਹਰਿਆਣਾ ਅੱਜ ਕੱਲ੍ਹ ਪੈਂਦਾ ਹੈ। ਅੰਬਾਲੇ ਦੇ ਪਾਸ ਹੈ ਲਖਨੌਰ ਸਾਹਿਬ। ਇਹ ਅਸਲ ਉਹਨਾਂ ਦਾ ਨਗਰ ਸੀ। ਇਹ ਤਾਂ ਮਹਾਰਾਜ ਨੇ ਜਦੋਂ ਨਗਰ ਵਸਾਇਆ ਉਹ ਫਿਰ ਇੱਥੇ ਆਪਣੇ ਮਾਤਾ ਪਿਤਾ ਦੇ ਨਾਲ ਇੱਕ ਭਰਾ ਮਾਮਾ ਕਿਰਪਾਲ ਚੰਦ, ਮਾਤਾ ਗੁਜਰੀ ਜੀ ਦੇ 2 ਭਰਾ ਸਨ, ਇੱਕ ਮਾਮਾ ਮੇਹਰ ਚੰਦ ਹੈ, ਉਹ ਲਖਨੌਰ ਸਾਹਿਬ ਹੀ ਰਹਿੰਦੇ ਸਨ, ਉਹ ਨਹੀਂ ਇੱਥੇ ਆਏ। ਤਾਂ ਜਦੋਂ ਆਨੰਦ ਕਾਰਜ 1632-33 ਦੇ ਦਰਮਿਆਨ ਮਾਤਾ ਗੁਜਰੀ ਜੀ ਹੁਣਾਂ ਦਾ ਆਨੰਦ ਕਾਰਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੋਇਆ। ਔਰ ਇਹ ਕਹਿਣ ਤੋਂ ਬੇਨਤੀ ਇਹ ਹੈ ਕਿ ਵੇਖੋ 1632-33 ਦੇ ਵਿੱਚ ਆਨੰਦ ਕਾਰਜ ਹੁੰਦਾ। ਉਹਦੇ ਤੋਂ ਬਾਅਦ ਮਹਾਰਾਜ ਨੇ ਕਰਤਾਰਪੁਰ ਸਾਹਿਬ ਜਿਹੜੀ ਅਖੀਰਲੀ ਜੰਗ ਲੜੀ ਹੈ ਪੈਂਦੇ ਖਾਨ ਜੀ ਦੇ ਵਿੱਚ, ਨਮਕ ਹਰਾਮੀ ਹੋ ਕੇ ਆਇਆ। ਇਹ ਜੰਗ ਨਿਬੇੜਨ ਤੋਂ ਬਾਅਦ ਸਾਹਿਬ ਚਲੇ ਗਏ ਕੀਰਤਪੁਰ ਸਾਹਿਬ ਸਾਰੇ ਪਰਿਵਾਰ ਸਮੇਤ। ਉੱਥੇ ਜਾ ਕੇ ਜਦੋਂ ਇਹ ਫੈਸਲਾ, ਇਹ ਆਵਾਜ਼ ਆਉਣੀ ਸ਼ੁਰੂ ਹੋਈ ਕਿ ਮਹਾਰਾਜ ਨੇ ਗੁਰਤਾ ਗੱਦੀ ਤਾਂ ਪੋਤਰੇ ਧੰਨ ਗੁਰੂ ਹਰਿ ਸਾਹਿਬ ਜੀ ਨੂੰ ਦੇਣੀ ਹੈ, ਬਾਬਾ ਗੁਰਦਿੱਤਾ ਜੀ ਹੁਣਾਂ ਦੇ ਸਪੁੱਤਰ। ਤਾਂ ਮਾਤਾ ਨਾਨਕੀ ਜੀ ਅੱਜ ਪ੍ਰਸ਼ਾਦਾ ਛਕਾ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਤੇ ਸਤਿਗੁਰੂ ਪਲੰਘੇ ਤੇ ਬੈਠੇ ਤੇ ਮਾਤਾ ਜੀ ਥੱਲੇ ਸਨ। ਮਹਾਰਾਜ ਪ੍ਰਸ਼ਾਦਾ ਛਕਦਿਆਂ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨਾਨਕੀ ਜੀ ਅੱਜ ਕੀ ਗੱਲ ਹੈ, ਸਰੀਰ ਕਰਕੇ ਇੱਥੇ ਲੱਗਦੇ ਹੋ ਲੇਕਿਨ ਮਨ ਕਰਕੇ ਇੱਥੇ ਨਹੀਂ ਹੋ, ਕਹਾਣੀ ਕੀ ਹੈ? ਤੇ ਮਾਤਾ ਨਾਨਕੀ ਨੇ ਹੱਥ ਜੋੜ ਕੇ ਆਖਿਆ ਜੀ ਤੁਹਾਡੇ ਕੀਤੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈ, ਜੋ ਤੁਸੀਂ ਕਰੋ ਉਹ ਸੱਤ ਹੈ, ਪਰ ਇੱਕ ਮਾਂ ਹਾਂ, ਮਾਂ ਹੋਣ ਦੇ ਨਾਤੇ ਆਪਣੀ ਔਲਾਦ ਵਾਸਤੇ ਫਿਕਰਮੰਦ ਹੋਣਾ ਇਹ ਤਾਂ ਜ਼ਰੂਰੀ ਹੈ। ਸਾਹਿਬ ਕਹਿੰਦੇ ਗੱਲ ਕੀ ਹੈ? ਕਹਿੰਦੇ ਤੁਸੀਂ ਗੁਰਤਾ ਗੱਦੀ ਦਾ ਫੈਸਲਾ ਕਰ ਦਿੱਤਾ, ਪੋਤਰੇ ਨੂੰ ਦੇਣੀ ਹੈ, ਲੇਕਿਨ ਮੈਂ ਤਾਂ ਇਸ ਗੱਲ ਨੂੰ ਕਹਿੰਦੀ ਹਾਂ ਕਿ ਮੇਰੇ ਪੁੱਤਰ ਦਾ ਕੀ ਬਣੇਗਾ, ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਮੇਰੇ ਪੁੱਤਰ ਤੇਗ ਬਹਾਦਰ ਦਾ ਕੀ ਬਣੇਗਾ? ਉਹ ਤਾਂ ਕੋਈ ਇੰਨਾ ਮਸੰਦਾਂ ਨਾਲ ਮੇਲ ਜੋਲ ਵੀ ਨਹੀਂ ਰੱਖਦਾ, ਸੰਗਤਾਂ ਨਾਲ ਵੀ ਨਹੀਂ, ਜਦੋਂ ਤੁਹਾਡੇ ਕੋਲੇ ਵੀ ਆਉਂਦੇ ਨੀਵੀਂ ਪਾ ਕੇ ਬੈਠਦੇ ਨੇ, ਅੱਖ ਕਦੇ ਉੱਪਰ ਨਹੀਂ ਚੁੱਕ ਕੇ ਵੇਖੀ, ਐਸਾ ਕੁਝ ਹੈ, ਪਰ ਪਿਆਰ ਤੁਸੀਂ ਬੜਾ ਕਰਦੇ ਹੋ ਉਹਨਾਂ ਨੂੰ।
ਉਹਦਾ ਕੀ ਬਣੇਗਾ। ਮਹਾਰਾਜ ਨੇ ਇੰਨੇ ਚਿਰ ਨੂੰ ਪ੍ਰਸ਼ਾਦਾ ਛਕਿਆ। ਸਾਹਿਬ ਕਹਿੰਦੇ ਹੱਥ ਸਾਡੇ ਧਵਾਓ। ਮਾਤਾ ਨਾਨਕੀ ਨੇ ਹੱਥ ਧਵਾਏ ਤੇ ਮਹਾਰਾਜ ਨੇ ਰੁਮਾਲ ਸੀ ਉਹਦੇ ਨਾਲ ਹੱਥ ਪੂੰਝ ਕੇ ਨਾ ਤੇ ਕਹਿੰਦੇ ਲਓ ਨਾਨਕੀ ਜੀ ਆ ਫੜੋ। ਜਦੋਂ ਆਖਿਆ ਨਾ ਲਓ ਤੇ ਮਾਤਾ ਨਾਨਕੀ ਨੇ ਐ ਨਹੀਂ ਪਕੜਿਆ, ਕਿਉਂਕਿ ਤਰੀਕਾ ਨਹੀਂ ਹੁੰਦਾ। ਮਾਤਾ ਨਾਨਕੀ ਨੇ ਸਿਰ ਦੀ ਚੁੰਨੀ ਸੀ ਉਹਦੀ ਝੋਲੀ ਅੱਡ ਲਈ ਤੇ ਮਹਾਰਾਜ ਨੇ ਉਹ ਰੁਮਾਲ ਝੋਲੀ 'ਚ ਪਾਇਆ ਤੇ ਆਖਿਆ ਮੇਰੇ ਪੁੱਤਰ ਨੂੰ ਦੇਵੀਂ। ਔਰ ਉਹੀ ਰੁਮਾਲ ਸੀ, ਇਤਿਹਾਸ ਕਹਿੰਦਾ, ਜੋ ਚਾਦਰ ਬਣ ਗਿਆ, ਜਿਹਨੇ ਇੱਕ ਦਿਨ ਪੂਰੇ ਹਿੰਦ ਦੀ ਨੰਗੀ ਹੁੰਦੀ ਪੱਤ ਨੂੰ ਢੱਕ ਲਿਆ। ਇੰਨੀ ਕਮਾਈ ਕੀਤੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ। ਸਤਿਗੁਰਾਂ ਨੇ ਇੱਕ ਪੋਥੀ ਸਾਹਿਬ ਦਿੱਤੀ, ਆਖਿਆ ਪੋਥੀ ਸਾਹਿਬ ਮੇਰੀ ਨਹੁੰ ਰਾਣੀ ਨੂੰ ਦੇਵੀਂ, ਕਿਉਂਕਿ ਬਾਣੀ ਔਖੇ ਤੋਂ ਔਖੇ ਵਿਖੜੇ ਸਮਿਆਂ ਦੇ ਵਿੱਚ ਆਪ ਅਡੋਲ ਹੈ ਤੇ ਸਾਨੂੰ ਅਡੋਲਤਾ ਬਖਸ਼ਦੀ ਹੈ। ਫਿਰ ਮਹਾਰਾਜ ਨੇ ਨਾ ਇਸ ਤਰ੍ਹਾਂ ਕਮਰ ਕੱਸਾ ਕੀਤਾ ਸੀ। ਕਮਰ ਕੱਸੇ ਦੇ ਵਿੱਚੋਂ ਇੱਕ ਕਟਾਰ ਕੱਢੀ ਛੋਟੀ। ਕਟਾਰ ਅਸੀਂ ਮਤਲਬ ਸਿੱਧੀ ਭਾਸ਼ਾ 'ਚ ਸਮਝਣਾ ਹੋਵੇ ਤੇ ਚਾਕੂ ਕਹਿ ਲਓ, ਛੋਟਾ। ਮਹਾਰਾਜ ਨੇ ਕਮਰ ਕੱਸੇ 'ਚੋਂ ਕੱਢੀ ਤੇ ਫੜਾ ਕੇ ਪਤਾ ਕੀ ਕਹਿੰਦੇ, ਕਹਿੰਦੇ ਇਹ ਸਾਡੇ ਪੋਤਰੇ ਨੂੰ ਦੇਵੀਂ। ਜਦੋਂ ਪੋਤਰਾ ਸ਼ਬਦ ਵਰਤਿਆ ਨਾ, ਮਾਤਾ ਨਾਨਕੀ ਨੇ ਇੱਕਦਮ ਅੱਖਾਂ ਉੱਪਰ ਚੁੱਕ ਕੇ ਤੇ ਮਹਾਰਾਜ ਵੱਲ ਵੇਖਿਆ। ਕਹਿੰਦੇ ਹੈਂ, ਕਿਉਂਕਿ ਬੱਚਾ ਤੇ ਅਜੇ ਕੋਈ ਹੈ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਿੱਚ, ਮਾਤਾ ਗੁਜਰੀ ਦੇ ਕੋਲ। ਆਖਿਆ ਸਾਡੇ ਪੋਤਰੇ ਨੂੰ ਦੇਵੀਂ। ਜਦੋਂ ਆਖਿਆ ਨਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹਾਂ, ਮੁਸਕਰਾ ਕੇ ਆਖਿਆ, ਕਹਿੰਦੇ ਹਾਂ ਨਾਨਕੀ ਜੀ, ਇਹੋ ਜਿਹਾ ਯੋਧਾ ਆਵੇਗਾ ਜਿਹਦੇ ਵਰਗਾ ਅੱਜ ਤੱਕ ਸੰਸਾਰ ਤੇ ਨਾ ਕੋਈ ਹੋਇਆ ਤੇ ਨਾ ਰਹਿੰਦੀ ਦੁਨੀਆ ਤੱਕ ਹੋਏਗਾ। ਇਹ ਬਚਨ ਮਹਾਰਾਜ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਕਹਿ ਦਿੱਤੇ। ਹੁਣ ਹੁਕਮ ਹੋ ਗਿਆ ਵੀ ਤੁਸੀਂ ਬਕਾਲੇ ਚਲੇ ਜਾਓ। ਬਾਬਾ ਬਕਾਲਾ ਸਾਹਿਬ ਉੱਥੇ ਆ ਗਏ, ਇਬਾਦਤ ਕੀਤੀ ਮਹਾਰਾਜ ਨੇ, ਮਾਤਾ ਗੁਜਰੀ ਨੇ ਵੀ ਕੀਤੀ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਬਚਨ ਲਿਖਿਆ, ਤਾਤ ਮਾਤ ਮੁਰ ਅਲਖ ਅਰਾਧਾ। ਤਾਤ ਪਿਤਾ, ਮਾਤ ਮਾਂ ਨੇ, ਅਲਖ ਨਾ ਲਖਿਆ ਜਾਣ ਵਾਲਾ ਪਰਮੇਸ਼ਰ। ਬਹੁਬਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਹਿੰਦੇ ਮਾਲਕ ਤਰੁੱਠਾ। ਹੁਣ ਮਹਾਰਾਜ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਕਰ ਜਦੋਂ ਪੂਰਬ ਵਾਲੇ ਪਾਸੇ ਗਏ, ਪੂਰਬ ਪਟਨਾ ਸਾਹਿਬ, ਜੋ ਮਹਾਰਾਜ ਨੇ ਆਪ ਲਿਖਿਆ, ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਾਬੀ ਜਾਤ ਤਿਰਬੈਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ। ਕਹਿੰਦੇ ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਧਰ ਗਏ ਨਾ ਪੂਰਬ ਵਾਲੇ ਪਾਸੇ, ਤੇ ਮੈਂ ਬਿਲਕੁਲ ਬਰੀਫ ਵਿੱਚ ਕਵਾਂ, ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ। ਔਰ ਇਹ 10 ਪਾਤਸ਼ਾਹੀਆਂ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਅੱਜ 9ਵੇਂ ਗੁਰਦੇਵ ਸਨ, ਜਿਨ੍ਹਾਂ ਨੇ ਇੰਨੀ ਲੰਬੀ ਯਾਤਰਾ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ 'ਚ ਉੱਥੇ ਚਰਨ ਪਾਏ ਆ। ਉਹੀ ਪਟਨਾ ਸਾਹਿਬ ਜਿੱਥੇ ਮਹਾਰਾਜ ਨੇ ਸਾਲਸਰਾਏ ਜੌਹਰੀ ਵਰਗਿਆਂ ਨੂੰ ਰਹਿਮਤਾਂ ਦਿੱਤੀਆਂ ਵੀ ਜ਼ਿੰਦਗੀ ਸਾਰੀ ਪੱਥਰ ਪਰਖਦੇ ਕੱਢ ਦੇਣੀ ਹੈ, ਕਿ ਅਸਲ ਹੀਰਾ ਜਿਹੜਾ ਤੈਨੂੰ ਮਾਲਕ ਨੇ ਇਹ ਮਾਨਸ ਜਨਮਾ ਮੁਲਕ ਦਿੱਤਾ, ਇਹਦੀ ਵੀ ਪਰਖ ਕਰੇਗਾ। ਮਹਾਰਾਜ ਨੇ ਔਰ ਉਹਦੇ ਨਾਲ ਇਹ ਵਾਅਦਾ ਹੋਇਆ ਸੀ। ਜਦੋਂ ਸਾਹਿਬ ਉੱਥੋਂ ਜਾਣ ਲੱਗੇ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਜੀ ਅਜੇ ਤਾਂ ਚਿੱਤ ਦਰਸ਼ਨ ਕਰਕੇ ਵੀ ਨਹੀਂ ਭਰਿਆ, ਇੱਥੇ ਰਹੋ। ਮਹਾਰਾਜ ਕਹਿੰਦੇ ਫਿਰ ਆਵਾਂਗੇ, ਤੇਰੇ ਘਰ ਵਿੱਚ ਆਵਾਂਗੇ, ਤੂੰ ਨਾ ਹੋਇਓ ਤੇਰੀ ਸੰਤਾਨ, ਔਰ ਤੇਰਾ ਘਰ ਨਹੀਂ ਇਕੱਲਾ, ਉਹ ਸदैव ਵਾਸਤੇ ਗੁਰੂ ਦਾ ਘਰ ਬਣ ਜਾਏਗਾ। ਅੱਜ 9ਵੇਂ ਗੁਰਦੇਵ ਪਰਿਵਾਰ ਸਮੇਤ ਉੱਥੇ ਪਹੁੰਚੇ ਪਟਨਾ ਸਾਹਿਬ ਦੀ ਧਰਤੀ ਤੇ। ਜਗਤਮਲ ਸੇਠ, ਜਿਹਨੂੰ ਸੇਠ ਜਗਤਾ ਕਹਿੰਦੇ ਸੀ, ਜਿੱਥੇ ਅੱਜ ਗੁਰਦੁਆਰਾ ਗਊ ਘਾਟ ਸਾਹਿਬ ਹੈ, ਉਸ ਜਗ੍ਹਾ ਤੇ ਉਹਦੇ ਘਰ ਟਿਕਾਣਾ ਕੀਤਾ। ਲੋਕਾਂ ਨੇ ਵਿੱਚੋਂ ਸਵਾਲ, ਸੰਗਤ ਆਉਣ ਲੱਗੀ, ਵਿੱਚੋਂ ਵੀ ਸਵਾਲ ਵੀ ਮਹਾਰਾਜ ਕਿਹੜੇ ਬੰਦੇ ਦੇ ਘਰ ਟਿਕ ਗਏ, ਤਾਂ ਕਦੀ ਇਸ਼ਨਾਨ ਕਰਦਿਆਂ ਨਹੀਂ ਵੇਖਿਆ, ਐਵੇਂ ਦਾ ਮੈਲਾ ਕਚੈਲਾ ਰਹਿੰਦਾ, ਕੁਝ ਅਨੇਕਾਂ ਸ਼ਬਦ ਕਹੇ। ਮਹਾਰਾਜ ਕਹਿੰਦੇ ਵੀ ਅਸਲ ਵਿੱਚ ਤੁਸੀਂ ਬਾਹਰਲੀ ਕਿਰਿਆ ਵੇਖ ਰਹੇ ਹੋ, ਇਹਨੂੰ ਕਹਿੰਦੇ ਜੀ ਤੁਸੀਂ ਕਿਉਂ ਕਹਿੰਦੇ ਵੀ ਇਸ਼ਨਾਨ ਨਹੀਂ ਕਰ, ਕਹਿੰਦੇ ਜੀ ਗੰਗਾ ਤੇ ਕਦੀ ਇਸ਼ਨਾਨ ਕਰਨ ਦਾ ਇੱਕੋ ਸਾਧਨ ਹੈ, ਨਦੀ ਕੋਲੋਂ ਵਗਦੀ ਹੈ, ਇਹਨਾਂ ਨੂੰ ਉੱਥੇ ਕਦੀ ਵੇਖਿਆ ਨਹੀਂ, ਨਾ ਜਾਂਦਾ ਨਾ ਆਉਂਦਾ। ਮਹਾਰਾਜ ਕਹਿੰਦੇ ਇਹ ਏਡੀ ਕਮਾਈ ਦਾ ਮਾਲਕ ਹੋ ਗਿਆ, ਇਹਨੂੰ ਇਸ਼ਨਾਨ ਕਰਨ ਨਹੀਂ ਜਾਣਾ ਪੈਂਦਾ, ਗੰਗਾ ਖੁਦ ਚੱਲ ਕੇ ਇਹਦੇ ਕੋਲ ਆਉਂਦੀ ਹੈ। ਔਰ ਇਹ ਗੁਰਬਾਣੀ 'ਚ ਜਦੋਂ ਅਸੀਂ ਬਚਨ ਪੜ੍ਹਾਂਗੇ, ਤੀਰਥ ਆਪਣੇ ਆਪ ਵਿੱਚ ਮਹਾਨ ਨਹੀਂ ਹੁੰਦਾ, ਤੀਰਥ ਕਿਸੇ ਨੂੰ ਨਹੀਂ ਬਣਾਉਂਦਾ, ਤੀਰਥ ਰੱਬ ਦੇ ਪਿਆਰਿਆਂ ਕਰਕੇ ਬਣਦਾ ਹੈ। ਤਾਂ ਹੀ ਬਾਬੇ ਕਬੀਰ ਨੇ ਕਿਹਾ, ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਸੰਗਤ ਜ਼ਿਆਦਾ ਹੋਣ ਲੱਗੀ। ਹੁਣ ਉਹ ਅਸਥਾਨ ਉਸੇ ਹੀ ਸਾਲਸਰਾਏ ਜੌਹਰੀ ਦੇ ਅੱਗੋਂ ਪਰਿਵਾਰ 'ਚੋਂ ਹਵੇਲੀ ਸੀ, ਜਿੱਥੇ ਅੱਜ ਆਪਾਂ ਗੁਰਦੁਆਰਾ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਸ਼ਨ ਕਰਦੇ। ਇਹ ਹਵੇਲੀ ਸੀ, ਉੱਥੇ ਪਰਿਵਾਰ ਆ ਗਿਆ ਮਹਾਰਾਜ, ਉੱਥੇ ਸੰਗਤਾਂ ਹੁੰਦੀਆਂ।
ਇੱਥੇ ਫਿਰ ਰਾਜਾ ਰਾਮ ਸਿੰਘ ਆਇਆ, ਜਿਹਨੇ ਅਸਾਮ ਵਾਲੇ ਪਾਸੇ ਮੁਹਿੰਮ ਤੇ ਜਾਣਾ ਸੀ। ਮਹਾਰਾਜ ਨੂੰ ਤਰਲਾ ਲਿਆ ਵੀ ਉੱਥੇ ਬੰਗਾਲ ਜਾਦੂ ਬੜਾ ਜਿਹਾ, ਕੁਝ ਮਾਰੇ ਜਾਂ, ਤੁਸੀਂ ਸਹਾਇਤਾ ਕਰੋ। ਮਹਾਰਾਜ ਉਹਦੀ ਸਹਾਇਤਾ ਵਾਸਤੇ ਉੱਧਰ ਗਏ ਆ, ਪਰਿਵਾਰ ਨੂੰ ਇੱਥੇ ਛੱਡਿਆ। ਔਰ ਅੱਜ ਜੋ ਬੰਗਲਾਦੇਸ਼ ਦੀ ਰਾਜਧਾਨੀ ਹੈ ਢਾਕਾ, ਮਹਾਰਾਜ ਢਾਕੇ ਦੀ ਧਰਤੀ ਤੇ ਨੇ। ਉੱਧਰ ਉਹ ਭਾਗਾਂ ਵਾਲਾ ਦਿਨ ਆਇਆ, ਪੋਹ ਸੁਦੀ 7ਵੀਂ, ਸੰਨ 1666, ਜਦੋਂ ਧੰਨ ਮਾਤਾ ਗੁਜਰੀ ਜੀ ਹੋਣਾ ਦੀ ਕੁੱਖ ਤੋਂ ਅੰਮ੍ਰਿਤ ਵੇਲੇ ਧੰਨ ਗੁਰੂ ਕਲਗੀਧਰ ਸਾਹਿਬ ਦਾ ਪ੍ਰਕਾਸ਼ ਹੋਣਾ ਆ। ਇੰਨੇ ਸਾਲਾਂ ਤੋਂ ਉਹ ਕਟਾਰ ਜਿਹੜੀ ਮਾਤਾ ਨਾਨਕੀ ਨੇ ਸਾਂਭ ਕੇ ਰੱਖੀ ਸੀ ਵੀ ਇਹ ਸਾਡੇ ਪੋਤਰੇ ਨੂੰ ਦੇਵੀਂ, ਅੱਜ ਉਹਨੂੰ ਪਕੜਦੇ ਨੇ, ਵੇਖਦੇ ਨੇ, ਵਾਰ-ਵਾਰ ਚੁੰਮਦੇ ਆ, ਮਸਤਕ ਨੂੰ ਲਾਉਂਦੇ ਆ, ਤੇ ਉਹ ਬਚਨ ਚੇਤੇ ਆ ਰਹੇ ਆ ਕਿ ਮੇਰੇ ਸਿਰ ਦੇ ਸਾਈਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਬਚਨ ਕਹੇ ਸਨ, ਅੱਜ ਉਹ ਫਲੀਭੂਤ ਹੋਣੇ, ਉਹ ਸੱਚ ਹੋਣੇ। ਔਰ ਜਦੋਂ ਅੱਜ ਅੰਮ੍ਰਿਤ ਵੇਲੇ ਧੰਨ ਮਾਤਾ ਗੁਜਰੀ ਜੀ ਹੋਣਾ ਦੀ ਕੁੱਖ ਤੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਮਾਲਕ ਦਾ ਉੱਥੇ ਪ੍ਰਕਾਸ਼ ਹੋਇਆ, ਬੜੀਆਂ ਖੁਸ਼ੀਆਂ। ਪਿੰਡਾਂ ਨਗਰਾਂ ਵਿੱਚ ਪਹਿਲਾਂ ਗੁੜਤੀ ਦੇਣ ਦਾ ਇੱਕ ਰਿਵਾਜ ਹੁੰਦਾ ਸੀ, ਤੇ ਗੁੜਤੀ ਦੇਣ ਲੱਗਿਆਂ ਅਕਸਰ ਲੋਕ ਪਹਿਲਾਂ ਇਹੋ ਜਿਹੇ ਜੀ ਨੂੰ ਮੱਥੇ ਲਾਉਣ ਦੀ ਗੱਲ ਕਰਨੀ ਵੀ ਇਹ ਬੜਾ ਬਹਾਦਰ ਆ ਜਾਂ ਇਹ ਸਿਆਣਾ ਆ, ਮੱਤ ਕਰਕੇ ਇਹੋ ਜਿਹੇ ਜੀ ਨੂੰ ਮੱਥੇ ਲਾਉਂਦੇ ਸਨ। ਉਹਦੀ ਥਾਂ ਤੇ ਹੁਣ ਗੁਰਮਤ ਦੇ ਵਿੱਚ ਸਾਡੇ ਕੋਲੇ ਜੋ ਆ ਗਿਆ ਉਹ ਹੈ ਅੰਮ੍ਰਿਤ ਸੰਸਕਾਰ, ਭਾਵ ਕਿ ਜੋ ਆਪਾਂ ਬੱਚੇ ਨੂੰ ਚੁਲਾ ਦਿੰਦੇ ਆ ਬਾਣੀ ਪੜ੍ਹ ਕੇ, ਗੁਰੂ ਕੀ ਬਾਣੀ ਦਾ ਜਾਪ ਕਰਕੇ। ਤਾਂ ਮਹਾਰਾਜ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਮਾਤਾ ਨਾਨਕੀ ਨੇ ਉਹ ਕਟਾਰ ਛੋਟੇ ਛੋਟੇ ਹੱਥਾਂ ਵਿੱਚ ਦਿੱਤੀ ਤੇ ਆਖਿਆ, ਲੈ ਭਾਈ ਇਹ ਤੇਰੀ ਅਮਾਨਤ ਆ, ਤੇਰੇ ਦਾਦੇ ਨੇ ਤੇਰੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ੀ ਸੀ, ਤੇ ਆ ਲੈ ਭਾਈ ਮੇਰੇ, ਮੈਂ ਅੱਜ ਸੁਰਖਰੂ ਹੋਈ ਕਿਉਂਕਿ ਜਿਹਦੀ ਅਮਾਨਤ ਸੀ ਮੈਂ ਉਹਦੇ ਤੱਕ ਪਹੁੰਚਾ ਦਿੱਤੀ ਹੈ। ਬੜੀਆਂ ਖੁਸ਼ੀਆਂ ਹੋਈਆਂ। ਢਾਕੇ ਦੀ ਧਰਤੀ ਤੇ ਮਹਾਰਾਜ ਤੱਕ ਖਬਰ ਭੇਜੀ, ਸਤਿਗੁਰੂ ਕਹਿੰਦੇ ਨਾਮ ਗੋਬਿੰਦ ਰਾਏ ਰੱਖਿਆ ਜਾਏ। ਇੱਧਰ ਹਰਿਆਣਾ, ਜੋ ਅੱਜ ਹਰਿਆਣਾ ਹੋ ਗਿਆ, ਉਦੋਂ ਪਟਿਆਲਾ ਰਿਆਸਤ ਦਾ ਹਿੱਸਾ ਪੈਂਦਾ ਸੀ, ਤਾਂ ਉੱਥੇ ਪੀਰ ਭੀਖਣ ਸ਼ਾਹ ਠਸਕੇ ਦਾ ਉਹ ਪਹਿਲਾਂ ਕੁੜਾਮ ਸੀ, ਉਹਦਾ ਜਿਹੜਾ ਪਹਿਲਾ ਟਿਕਾਣਾ ਸੀ। ਉਹ ਹੁਣ ਜਦੋਂ ਅੱਜ ਸਵੇਰ ਦੀ ਉਹਨੂੰ, ਜਿਵੇਂ ਅਸੀਂ ਅੰਮ੍ਰਿਤ ਵੇਲੇ ਨਿਤਨੇਮ ਕਹਿੰਦੇ ਆ, ਉਹ ਮੁਸਲਮਾਨ ਵੀਰ ਪਹਿਲੀ ਨਮਾਜ਼ ਜਿਹੜੀ ਉਹਨੂੰ ਫਜਰ ਦੀ ਨਮਾਜ਼ ਕਹਿੰਦੇ। ਫਜਰ ਦਾ ਅਰਥ ਵੈਸੇ ਵੀ ਸਵੇਰਾ ਹੁੰਦਾ ਪਰਸ਼ੀਅਨ ਵਿੱਚ। ਉਹ ਨਮਾਜ਼ ਪੜ੍ਹ ਰਿਹਾ, ਉਹਨੇ ਅੱਜ ਸਜਦਾ ਜਦੋਂ ਕੀਤਾ, ਮੱਥਾ ਟੇਕਿਆ ਤੇ ਪੂਰਬ ਵੱਲ ਮੂੰਹ ਕਰਕੇ, ਉਹਦੇ ਸੇਵਕ, ਉਹਦੇ ਚੇਲੇ ਕਹਿੰਦੇ, ਪੀਰ ਜੀ ਆਮ ਬੰਦਾ ਕੋਈ ਨਵਾਂ ਸਿੱਖਣ ਵਾਲਾ ਗਲਤੀ ਕਰੇ ਤੇ ਸਮਝ ਆਉਂਦੀ ਹੈ, ਤੁਹਾਡੇ ਵੱਲ ਵੇਖ ਕੇ ਤੇ ਅਸੀਂ ਧਰਮ ਸਿੱਖਣਾ, ਤੇ ਤੁਸੀਂ ਇਹ ਕੀ ਕੀਤਾ, ਪੱਛਮ ਦੀ ਬਜਾਏ ਪੂਰਬ ਵੱਲ ਨੂੰ ਮੁੱਖ ਕੀਤਾ। ਉਹ ਕਹਿੰਦੇ ਕੀ ਕਰਾਂ, ਜਿਸ ਮਾਲਕ ਨੂੰ ਸਜਦਾ ਕਰਦਾ ਹਾਂ ਅੱਜ ਪੂਰਬ ਦੀ ਧਰਤੀ ਤੇ ਉਤਰ ਆਇਆ। ਉਹਨਾਂ ਆਖਿਆ ਜੀ ਸਾਡੀ ਕਿਵੇਂ ਤਸੱਲੀ ਹੋਵੇ। ਉਹਨਾਂ ਆਖਿਆ ਚਲੋ ਨਾਲ। ਉਹਨਾਂ ਨੂੰ ਨਾਲ ਲੈ ਕੇ ਤੁਰਿਆ, ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚਿਆ। ਜੇ ਕੁਝ ਦਿਨਾਂ ਦੀ ਉਮਰ ਆ ਮਹਾਰਾਜ ਦੀ। ਜਾ ਕੇ ਜਦੋਂ ਪਹੁੰਚਿਆ, ਮਿਲੇ ਮਾਮਾ ਕਿਰਪਾਲ ਚੰਦ ਜੀ, ਆਓ ਪੀਰ ਜੀ ਦਰਸ਼ਨ ਕਰਨੇ ਆ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਪੁੱਤਰ ਦੇ, ਲਾਲ ਦੇ। ਤੇ ਅੱਗੋਂ ਆਂਦੇ ਜੀ ਕਿਉਂਕਿ ਗੁਰੂ ਸਾਹਿਬ ਤਾਂ ਇੱਥੇ ਹੈ ਨਹੀਂ, ਤੇ ਅਸੀਂ ਪੁੱਛਦੇ ਹਾਂ ਮਾਤਾ ਜੀ ਹੋਣਾ ਨੂੰ, ਉਹਨਾਂ ਦੇ ਦਾਦੀ ਅੰਮਾ ਮਾਤਾ ਨਾਨਕੀ ਨੂੰ। ਮਾਤਾ ਨਾਨਕੀ ਨੂੰ ਪੁੱਛਿਆ, ਮਾਤਾ ਨਾਨਕੀ ਜੀ ਦਾ ਮੱਥਾ ਠਣਕਿਆ। ਉਹਨਾਂ ਨੇ ਉਹ ਸਭ ਕੁਝ ਪਤਾ ਸੀ ਕਿ ਮੇਰੇ ਪਤੀ ਗੁਰੂ ਹਰਗੋਬਿੰਦ ਸਾਹਿਬ, ਬਈ ਜਦੋਂ ਉਹਨਾਂ ਦੀ ਆਮਦ ਹੋਈ ਸੀ ਗੁਰੂ ਕੀ ਵਡਾਲੀ, ਤੇ ਬਾਬੇ ਪਿਰਥੀ ਚੰਦ ਨੇ ਕਿੰਨੇ ਹੱਲੇ ਕਰਵਾਏ ਸਨ ਉਹਨਾਂ ਨੂੰ ਖਤਮ ਕਰਾਉਣ ਦੇ। ਤੇ ਇਹ ਕਹਿੰਦੇ ਪੀਰ ਆਇਆ ਵੀ ਪੰਜਾਬ ਵਾਲੇ ਪਾਸਿਓਂ ਆ। ਤੇ ਕਿਉਂਕਿ ਇੰਨਾ ਧਿਆਨ ਰੱਖਣਾ, 1632-33 ਵਿੱਚ ਆਨੰਦ ਕਾਰਜ ਹੋਇਆ ਤੇ 1666 ਚ ਮਹਾਰਾਜ ਦਾ ਪ੍ਰਕਾਸ਼ ਹੈ। 32-33 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰ ਕੌਰ ਦੇ ਘਰ ਸਪੁੱਤਰ ਦੀ ਆਮਦ ਹੋਈ ਹੈ। ਮਾਤਾ ਨਾਨਕੀ ਜੀ ਸੋਚਦੇ ਆ, ਆਇਆ ਵੀ ਉਧਰੋਂ ਆ, ਕਿਤੇ ਕੋਈ ਸਾਜ਼ਿਸ਼ ਨਾ ਹੋਵੇ, ਕਿਤੇ ਕੋਈ ਐਸਾ ਕੰਮ ਨਾ ਹੋਵੇ, ਕੋਈ ਐਸਾ ਕੁਝ ਕਰਦੇ ਹੋਣ। ਉਹਨਾਂ ਆਖਿਆ ਜਾਓ ਫਕੀਰ ਨੂੰ ਕਹਿ ਦਿਓ ਦਰਸ਼ਨ ਨਹੀਂ ਹੋ ਸਕਦੇ। ਵੀ ਜੇ ਆਪ ਉਹ ਸੋਚਦੇ ਮਾਤਾ ਨਾਨਕੀ, ਜੇ ਮੇਰਾ ਪੁੱਤਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਹੁੰਦੇ, ਉਹ ਜਿਵੇਂ ਮਰਜ਼ੀ ਕਰਦੇ, ਪਰ ਹੁਣ ਤਾਂ ਮੇਰੀ ਜ਼ਿੰਮੇਵਾਰੀ ਹੈ, ਇਸੇ ਕਰਕੇ ਮੈਂ ਇਹੋ ਜਿਹਾ ਰਿਸਕ ਨਹੀਂ ਲੈ ਸਕਦੀ। ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਪੀਰ ਨੂੰ ਕਹੋ ਰੋਟੀ ਖਾਣੀ ਹੈ ਰੋਟੀ ਲੈ ਲਵੇ, ਕੱਪੜਾ ਚਾਹੀਦਾ ਕੱਪੜਾ ਲੈ ਲਵੇ, ਮਾਇਆ ਮੰਗਦਾ ਮਾਇਆ ਦੇ ਦਿਓ, ਉਹਨੂੰ ਕਹੋ ਦਰਸ਼ਨ ਨਹੀਂ ਹੋ ਸਕਦੇ। ਜਦੋਂ ਇਹ ਸ਼ਬਦ ਆਖਿਆ ਨਾ, ਤੇ ਕਹਿੰਦੇ ਉਹਨੇ ਅੱਗੋਂ ਕਹਿ ਦਿੱਤਾ ਜੀ ਨਾ ਮੈਂ ਕੱਪੜਾ ਮੈਨੂੰ ਚਾਹੀਦਾ, ਨਾ ਰੋਟੀ ਚਾਹੀਦੀ, ਨਾ ਮੈਨੂੰ ਪੈਸਾ ਚਾਹੀਦਾ, ਮੈਨੂੰ ਕੇਵਲ ਦਰਸ਼ਨ ਚਾਹੀਦਾ।
ਔਰ ਇੱਕ ਦਿਨ ਤੇ ਇੱਕ ਰਾਤ ਅਗਲੀ ਦੁਪਹਿਰ ਤੱਕ ਉਹ ਦਰਵਾਜ਼ੇ ਤੇ ਬੈਠਾ ਰਿਹਾ, ਕਹਿੰਦਾ ਮੈਂ ਪ੍ਰਾਣ ਤਿਆਗ ਨੂੰ ਪਰ ਦਰਸ਼ਨ ਕੀਤੇ ਬਗੈਰ ਨਹੀਂ ਜਾਣਾ। ਅਗਲੇ ਦਿਨ ਫਿਰ ਜਦੋਂ ਦੀਦਾਰ ਕਰਾਇਆ, ਉਹਨੇ ਹੁਣ ਵੇਖਿਆ ਵੀ ਮਹਾਰਾਜ ਤਾਂ ਜੇ ਕੁਝ ਦਿਨਾਂ ਦੇ ਬੋਲਦੇ ਤਾਂ ਹੈ ਨਹੀਂ ਮੁੱਖ ਤੋਂ, ਤੇ ਮੈਂ ਹੁਣ ਬੋਲ ਕੇ ਪੁੱਛਾਂ ਕੀ। ਉਹਨੇ ਫਿਰ ਰਮਜ ਤੋਂ ਕੰਮ ਲਿਆ, 2 ਕੁੱਜੀਆਂ 'ਚ ਇੱਕ 'ਚ ਪਾਣੀ ਤੇ ਇੱਕ 'ਚ ਦੁੱਧ ਪਾ ਕੇ ਅੱਗੇ ਕੀਤਾ। ਭਾਵ ਸੀ ਕਿ ਤੁਸੀਂ ਹਿੰਦੂ ਵੱਲ ਕੇ ਤੁਸੀਂ ਮੁਸਲਮਾਨ ਵੱਲ, ਪਰ ਅੱਗੋਂ ਦਾਤਾ ਉਹ ਮਾਲਕ, ਉਹਨੇ ਦੋਨਾਂ ਤੇ ਹੱਥ ਰੱਖ ਦਿੱਤੇ ਤੇ ਹੱਥ ਮਾਰਿਆ, ਦੋਨੋਂ ਰੁੜੇ, ਪਾਣੀ ਤੇ ਦੁੱਧ ਆਪਸ ਵਿੱਚ ਮਿਲ ਗਿਆ, ਕਿਉਂਕਿ ਉਹ ਦਾਤਾ ਸੀ ਜਿਸ ਸਾਹਿਬ ਨੇ ਆਖਿਆ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਭੋ। ਉਹ ਮਾਲਕ ਨੇ। ਤੇ ਪੀਰ ਨੇ ਉੱਥੇ ਅਰਦਾਸ ਕੀਤੀ, ਕਹਿੰਦਾ ਦਾਤਾ ਅੱਜ ਤੁਸੀਂ ਕੁਝ ਬੋਲ ਨਹੀਂ ਸੀ ਸਕਦੇ ਤੇ ਮੈਂ ਵੀ ਅੱਜ ਬੋਲ ਕੇ ਨਹੀਂ ਕੁਝ ਪੁੱਛਿਆ, ਰਮਜ 'ਚ ਮੈਂ ਗੱਲ ਕਹੀ, ਤੁਸੀਂ ਰਮਜ 'ਚ ਉੱਤਰ ਦੇ ਦਿੱਤਾ। ਇੱਕ ਕਿਰਪਾ ਕਰਿਓ, ਇਸ ਖੱਲੜੇ 'ਚ ਇੰਨੇ ਕੁ ਸਵਾਸ ਬਾਕੀ ਜ਼ਰੂਰ ਬਖਸ਼ਿਓ, ਜਿੱਦਣ ਤੁਸੀਂ ਬੋਲਣ ਲੱਗ ਪਾਓ ਤੇ ਮੈਨੂੰ ਫਿਰ ਇੱਕ ਵਾਰ ਤੁਹਾਡੇ ਦੀਦਾਰ ਹੋਣ, ਮੈਂ ਬੋਲ ਕੇ ਤੁਹਾਡੇ ਤੋਂ ਪੁੱਛਾਂ ਤੇ ਤੁਸੀਂ ਬੋਲ ਕੇ ਮੈਨੂੰ ਜਿਹੜਾ ਹੈ ਅੱਗੋਂ ਮਿਹਰ ਕਰੋ, ਦਇਆ ਕਰੋ। ਉਹ ਦਾਤੇ ਦਾ ਅਸੀਂ ਪ੍ਰਕਾਸ਼ ਦਿਹਾੜਾ, ਜਿਹਦੇ ਲਈ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਨ ਹੈ, ਕਹਿ ਦੋ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ। ਕਹਿੰਦੇ ਉਸ ਦਾਤੇ ਦਾ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ वो कम है। जिन्नी शोभा कर लईए तो समय ਵਿੱਚ ਜਿੰਨਾ ਕੁ ਆਪਾਂ ਬਚਨ ਸਾਂਝੇ ਕਰ ਸਕੇ ਹਾਂ। ਉਹ ਦਾਤਾ ਜਿਸ ਨੇ ਸਾਡੇ ਲਈ ਸਭ ਕੁਝ ਕੁਰਬਾਨ ਕੀਤਾ, ਔਰ ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ, ਉਹ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਉਹ ਦਾਤੇ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ, ਸਤਿਗੁਰਾਂ ਨੇ ਪੰਥ ਦੂਲਾ ਸਾਜਿਆ, ਸਾਨੂੰ ਇੱਕ ਆਇਡੈਂਟੀਟੀ ਦਿੱਤੀ, ਐਸੀਆਂ ਰਹਿਮਤਾਂ ਸਾਡੇ ਤੇ ਕੀਤੀਆਂ। ਅਸੀਂ ਉਸ ਦਾਤੇ ਦੇ ਸ਼ੁਕਰਗੁਜ਼ਾਰ ਔਰ ਉਸ ਦਾਤੇ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਸਾਹਿਬਾਂ ਦੀਆਂ ਅਸੀਸਾਂ ਦੇ ਪਾਤਰ ਬਣੀਏ। ਆਪ ਸਭ ਸੰਗਤਾਂ ਨੂੰ ਕਲਗੀਧਰ ਪਿਤਾ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਆਂ ਕਥਾ ਕਹਾਣੀਆਂ